ਵੈਲਕਮ ਸਟੂਡੈਂਟਸ। ਅੱਜ ਜਿਹੜੇ ਟੌਪਿਕ 'ਤੇ ਅਸੀਂ ਗੱਲ ਕਰ ਜਾ ਰਹੇ ਹਾਂ ਉਹ ਇਹ ਹੈ ਕਿ MS ਐਕਸੈਸ ਵਿੱਚ ਅਸੀਂ ਕਿਵੇਂ ਡਾਟਾਬੇਸ ਬਣਾ ਸਕਦੇ ਹਾਂ। ਦੇਖੋ ਸਟੂਡੈਂਟ, ਜਿਵੇਂ ਤੁਹਾਨੂੰ ਸਕਰੀਨ 'ਤੇ ਨਜ਼ਰ ਆ ਹੀ ਰਿਹਾ ਕਿ there are two ways from which user can create database, ਯਾਨੀ ਕਿ ਦੋ ਤਰੀਕੇ ਹੁੰਦੇ ਆ ਜਿਨ੍ਹਾਂ ਦੇ ਨਾਲ ਅਸੀਂ ਡਾਟਾਬੇਸ ਬਣਾ ਸਕਦੇ ਹਾਂ। ਇੱਕ ਤਰੀਕਾ ਹੁੰਦਾ ਬਲੈਂਕ ਡਾਟਾਬੇਸ, ਇੱਕ ਹੁੰਦਾ ਟੈਂਪਲੇਟ। ਦੋਵਾਂ 'ਚ ਕੀ ਫਰਕ ਹੈ ਸਟੂਡੈਂਟਸ? ਜਿਹੜਾ ਬਲੈਂਕ ਡਾਟਾਬੇਸ ਹੁੰਦਾ, ਬਲੈਂਕ ਡਾਟਾਬੇਸ ਦੇ ਵਿੱਚ ਸਾਨੂੰ ਬਿਲਕੁਲ ਇੱਕ ਖਾਲੀ ਡਾਟਾਬੇਸ ਆਉਂਦਾ ਹੈ ਜਿਸ ਦੇ ਵਿੱਚ ਕੁਝ ਵੀ ਨਹੀਂ ਹੁੰਦਾ। ਸੋ ਉਹਦੇ ਵਿੱਚ ਸਾਰਾ ਕੁਝ ਸਾਨੂੰ ਖੁਦ ਹੀ ਕ੍ਰੀਏਟ ਕਰਨਾ ਪੈਂਦਾ, ਯਾਨੀ ਕਿ ਉਹਦੇ ਵਿੱਚ ਕੋਈ ਟੇਬਲ ਨਹੀਂ ਹੁੰਦਾ, ਕੋਈ ਫਾਰਮ ਨਹੀਂ ਹੁੰਦੇ, ਕੋਈ ਰਿਪੋਰਟ ਨਹੀਂ ਹੁੰਦੀ, ਕੁਝ ਵੀ ਨਹੀਂ ਹੁੰਦਾ। ਸੋ ਸਭ ਕੁਝ ਸਾਨੂੰ ਖੁਦ ਤਿਆਰ ਕਰਨਾ ਪੈਂਦਾ। ਜਦ ਕਿ ਟੈਂਪਲੇਟ ਇੱਕ ਪਹਿਲਾਂ ਹੀ ਬਣਿਆ ਹੋਇਆ, ਸਾਨੂੰ ਕਿਸੇ ਵਿਸ਼ੇ ਦੇ ਉੱਪਰ ਪਹਿਲਾਂ ਹੀ ਸਾਨੂੰ ਇੱਕ ਸਟਰਕਚਰ, ਯਾਨੀ ਕਿ ਐਕਸੈਸ ਵੱਲੋਂ ਹੀ ਸਾਨੂੰ ਕੁਝ ਟੇਬਲਸ, ਫਾਰਮਸ, ਰਿਪੋਰਟਸ ਬਣਾ ਕੇ ਦੇ ਦਿੱਤੀਆਂ ਜਾਂਦੀਆਂ। ਅਸੀਂ ਉਸ ਦੇ ਵਿੱਚ ਬਦਲਾਵ ਕਰਕੇ ਜਾਂ ਉਹਨੂੰ ਐਜ਼ ਇਟ ਇਜ਼ ਯੂਜ਼ ਕਰਕੇ ਅਸੀਂ ਉਹਦੇ ਵਿੱਚ ਉਹਨੂੰ ਇਸਤੇਮਾਲ ਵਿੱਚ ਲਿਆ ਸਕਦੇ ਹਾਂ। ਸੋ ਅਸੀਂ ਚਲੋ ਹੁਣ ਇਸ ਦਾ ਪ੍ਰੈਕਟੀਕਲ ਕਰਦੇ ਹਾਂ। ਸਟੂਡੈਂਟਸ ਦੇਖੋ, ਤੁਸੀਂ ਸਭ ਤੋਂ ਪਹਿਲਾਂ MS ਐਕਸੈਸ ਨੂੰ ਓਪਨ ਕਰੋਗੇ। ਸੋ MS ਐਕਸੈਸ ਤੁਹਾਨੂੰ ਕਿੱਥੇ ਮਿਲਦੀ ਹੈ? ਸੋ ਸਟਾਰਟ ਆਲ ਪ੍ਰੋਗਰਾਮਸ, ਇੱਥੇ ਤੁਹਾਨੂੰ ਮਾਈਕਰੋਸਾਫਟ ਆਫਿਸ ਮਿਲਿਆ। ਇਸ ਦੇ ਵਿੱਚ ਇਹ ਦੇਖੋ MS ਐਕਸੈਸ ਹੈ। ਸੋ ਤੁਸੀਂ ਇਹਨੂੰ ਕਲਿੱਕ ਕਰੋਗੇ। ਜਦ ਤੁਸੀਂ ਇਹਨੂੰ ਕਲਿੱਕ ਕਰੋਗੇ ਤਾਂ ਇੱਕ ਇਸ ਤਰ੍ਹਾਂ ਦੀ ਇੱਕ ਸਕਰੀਨ ਖੁੱਲ੍ਹ ਜਾਏਗੀ। ਇੱਥੇ ਦੇਖੋ ਤੁਹਾਨੂੰ ਦੋ ਚੀਜ਼ਾਂ ਨਜ਼ਰ ਆ ਰਹੀਆਂ। ਦਿਸ ਇਜ਼ ਬਲੈਂਕ, ਜਿਹਦੇ ਬਾਰੇ ਮੈਂ ਪਹਿਲਾਂ ਤੁਹਾਡੇ ਨਾਲ ਹੁਣੇ ਗੱਲ ਕੀਤੀ ਹੈ ਕਿ ਬਲੈਂਕ ਡਾਟਾਬੇਸ ਹੁੰਦਾ। ਸੈਕਿੰਡ ਚੀਜ਼ ਇਹ ਦੇਖੋ, ਟੈਂਪਲੇਟਸ ਨਜ਼ਰ ਆ। ਟੈਂਪਲੇਟਸ ਕੁਝ ਤੁਹਾਨੂੰ ਅੱਗੇ ਨਜ਼ਰ ਆ ਰਹੇ, ਕੁਝ ਨੀਚੇ ਵੀ ਤੁਹਾਨੂੰ ਨਜ਼ਰ ਆ ਰਹੇ। ਸੋ ਅਸੀਂ ਅਗਰ ਬਲੈਂਕ ਡਾਟਾਬੇਸ 'ਤੇ ਕੰਮ ਕਰਨਾ ਹੋਵੇ, ਸੋ ਅਸੀਂ ਬਲੈਂਕ ਦੇ ਉੱਪਰ ਇਹਨੂੰ ਬਸ ਕਲਿੱਕ ਕਰਾਂਗੇ ਅਤੇ ਇੱਥੇ ਸਾਈਡ 'ਤੇ ਤੁਸੀਂ ਦੇਖੋਗੇ, ਦੇਖੋ ਫਾਈਲ ਦਾ ਨਾਮ ਪੁੱਛ ਰਿਹਾ ਸਾਨੂੰ। ਦੇਖੋ ਬਾਈ ਡਿਫਾਲਟ ਆ ਰਿਹਾ ਡਾਟਾਬੇਸ 2। ਐਕਸੈਸ ਕੀ ਕਰਦਾ ਹੈ ਕਿ ਆਪਣੇ ਆਪ ਜਿਹੜਾ ਐਕਸੈਸ ਦੀ ਜਿਹੜੀ ਫਾਈਲ ਆ, ਯਾਨੀ ਜਿਹੜੇ ਡਾਟਾਬੇਸ ਆ, ਉਹਦਾ ਨਾਮ ਬਾਈ ਡਿਫਾਲਟ ਡਾਟਾਬੇਸ 1, ਡਾਟਾਬੇਸ 2 ਰੱਖ ਦਿੰਦਾ। ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਇਹਦੇ ਵਿੱਚ ਨਾਮ ਚੇਂਜ ਕਰ ਲੈਣਾ। ਸੋ ਸਪੋਜ਼ ਕਰੋ ਅਸੀਂ ਕਿਸੇ ਸਕੂਲ ਦਾ ਰਿਕਾਰਡ ਰੱਖਣਾ ਚਾਹੁੰਦੇ ਤਾਂ ਮੈਂ ਉੱਥੇ ਦਾ ਨਾਮ ਸਕੂਲ ਰੱਖ ਦੇਣਾ। ਸੈਕਿੰਡ ਨੰਬਰ 'ਤੇ ਦੇਖੋ ਤੁਹਾਨੂੰ ਕੀ ਨਜ਼ਰ ਆ ਰਿਹਾ, ਨੀਚੇ ਤੁਹਾਨੂੰ ਪਾਥ ਇੱਕ ਨਜ਼ਰ ਆ ਰਿਹਾ। ਪਾਥ ਦਾ ਕੀ ਮਤਲਬ ਕਿ ਇਸ ਦੇ ਵਿੱਚ ਕਿਹੜੀ ਜਗ੍ਹਾ 'ਤੇ ਇਹ ਡਾਟਾਬੇਸ ਸਾਡਾ ਫਾਈਲ ਸੇਵ ਹੋਵੇਗੀ। ਸੋ ਤੁਸੀਂ ਐਜ਼ ਇਟ ਇਜ਼ ਵੀ ਰੱਖ ਸਕਦੇ ਆ, ਤੁਸੀਂ ਇਹਨੂੰ ਬਦਲ ਵੀ ਸਕਦੇ ਆ। ਸੋ ਬਦਲਣਾ ਹੋਵੇ ਤਾਂ ਇਹ ਦੇਖੋ, ਤੁਸੀਂ ਇੱਥੇ ਇੱਕ ਫੋਲਡਰ ਬਣਿਆ ਹੋਇਆ ਜਿਹੜਾ ਆਈਕਨ ਹੈ, ਇੱਥੇ ਕਲਿੱਕ ਕੀਤਾ ਤਾਂ ਤੁਹਾਨੂੰ ਇੱਕ ਸਕਰੀਨ ਖੁੱਲ੍ਹ ਗਈ। ਹੁਣ ਤੁਸੀਂ ਇਸ ਸਕਰੀਨ ਵਿੱਚ ਜਿੱਥੇ ਵੀ ਤੁਸੀਂ ਇਸ ਫਾਈਲ ਨੂੰ ਸੇਵ ਕਰਨਾ ਚਾਹੁੰਦੇ, ਤੁਸੀਂ ਉੱਥੇ ਇਹਨੂੰ ਰੱਖਣਾ ਚਾਹੁੰਦੇ ਆ, ਤੁਸੀਂ ਉਹ ਡਰਾਈਵ ਜਾਂ ਉਹ ਫੋਲਡਰ ਸਿਲੈਕਟ ਕਰ ਲੈਣਾ। ਫੋਰ ਐਗਜ਼ਾਮਪਲ ਮੈਂ ਹੁਣ ਕੋਈ ਵੀ ਇੱਕ ਡਰਾਈਵ ਸਿਲੈਕਟ ਕਰ ਲੈਣਾ। ਸੋ E ਡਰਾਈਵ ਦੇ ਵਿੱਚ ਮੈਂ ਇੱਕ ਬਣਾ ਦੇਣਾ, ਇੱਥੇ ਨਵਾਂ ਫੋਲਡਰ ਬਣਾ ਦੇਣਾ। ਸੋ ਉਸਦਾ ਨਾਮ ਰੱਖ ਦੇਣਾ ਸਕੂਲ। ਸੋ ਸਕੂਲ ਦਾ ਨਾਮ ਰੱਖ ਕੇ ਮੈਂ ਕਲਿੱਕ ਕੀਤਾ, ਇਹਨੂੰ ਓਪਨ ਕੀਤਾ। ਸੋ ਇੱਥੇ ਮੈਂ ਇਹਨੂੰ ਓਕੇ, ਇਸ ਜਗ੍ਹਾ ਫੋਲਡਰ ਵਿੱਚ ਚਲੇ ਗਏ ਤੇ ਓਕੇ ਪ੍ਰੈਸ ਕਰਤਾ। ਹੁਣ ਦੇਖੋ ਇੱਥੇ ਸਾਨੂੰ E ਡਰਾਈਵ ਦੇ ਵਿੱਚ ਸਕੂਲ ਆਉਣਾ ਸ਼ੁਰੂ ਹੋ ਗਿਆ। ਹੁਣ ਜਦੋਂ ਤੁਸੀਂ ਫੋਲਡਰ ਸਿਲੈਕਟ ਕੀਤਾ, ਦੇਖਿਆ ਹੋਣਾ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੋਣੀ ਹੈ ਵੀ ਇਹ ਸਕੂਲ ਦੇ ਨਾਲ .accdb ਆਪਣੇ ਆਪ ਲਿਖਿਆ ਆ ਗਿਆ। ਇਹ ਚੀਜ਼ ਐਕਸਟੈਂਸ਼ਨ ਹੁੰਦੀ ਹੈ ਸਟੂਡੈਂਟਸ। ਐਕਸਟੈਂਸ਼ਨ ਕੀ ਹੁੰਦੀ ਹੈ ਸਟੂਡੈਂਟ? ਜਿਹੜਾ ਐਕਸਟੈਂਸ਼ਨ ਆ, ਬੇਸਿਕਲੀ ਐਕਸਟੈਂਸ਼ਨ ਵਿੱਚ ਕੀ ਹੁੰਦਾ ਹੈ ਕਿ ਐਕਸਟੈਂਸ਼ਨ ਤੋਂ ਕੰਪਿਊਟਰ ਐਕਸੈਸ ਦੀ ਫਾਈਲ ਨੂੰ ਪਹਿਚਾਣਦਾ ਹੈ। ਦੇਖੋ ਜਦੋਂ ਤੁਸੀਂ MS ਐਕਸੈਸ ਦੀ ਫਾਈਲ ਬਣਾਓਗੇ ਤਾਂ ਉਹਦੀ ਮਗਰ ਐਕਸਟੈਂਸ਼ਨ accdb ਹੋਏਗੀ। ਇਸੇ ਤਰੀਕੇ ਨਾਲ ਜਿੰਨੇ ਵੀ ਤੁਸੀਂ ਕੋਈ ਹੋਰ ਸੌਫਟਵੇਅਰ ਯੂਜ਼ ਕਰਦੇ ਆ, ਸਪੋਜ਼ ਤੁਸੀਂ MS ਵਰਡ ਯੂਜ਼ ਕਰਦੇ ਹੋ, ਉਹਦੇ ਮਗਰ .docx ਆਟੋਮੈਟਿਕਲੀ ਅਟੈਚ ਹੋ ਜਾਂਦਾ। ਬੇਸਿਕਲੀ ਇਸ ਦਾ ਮਕਸਦ ਇਹ ਹੁੰਦਾ ਹੈ ਕਿ ਕੰਪਿਊਟਰ ਨੂੰ ਇਹ ਪਤਾ ਲੱਗਦਾ ਵੀ ਇਹ ਐਕਸਟੈਂਸ਼ਨ ਤੋਂ ਇਹ ਸਮਝ ਆਉਂਦੀ ਹੈ ਵੀ ਇਹ ਕਿਸ ਸੌਫਟਵੇਅਰ ਦੀ ਫਾਈਲ ਹੈ। ਸੋ ਐਕਸਟੈਂਸ਼ਨ ਆਪਣੇ ਆਪ ਹੀ ਉਹ ਸੌਫਟਵੇਅਰ ਅਟੈਚ ਕਰ ਦਿੰਦਾ। ਹੁਣ ਧਿਆਨ ਨਾਲ ਦੇਖਣ ਵਾਲੀ ਗੱਲ ਇਹ ਹੈਗੀ ਕਿ ਅਗਰ ਤਾਂ ਤੁਸੀਂ 2007 ਤੋਂ ਬਾਅਦ ਦਾ ਵਰਜ਼ਨ MS ਆਫਿਸ ਦਾ ਯੂਜ਼ ਕਰ ਰਹੇ ਤਾਂ ਉੱਥੇ ਐਕਸਟੈਂਸ਼ਨ ਤੁਹਾਨੂੰ .accdb ਮਿਲੇਗੀ।
बट अगर तुसी इस तो पहला दा कोई वर्जन यूज़ कर रहे हैं लाइक 2003 ਜਾਂ उस तो पहला दा वर्जन, तो उत्थे एक्सटेंशन .mdb आ जाती है। सो इस चीज़ का ध्यान रखना तुसी। चलो असी हुण वापस अपने टॉपिक ते आउने आ। सो school.accdb अपने आप उन्हें कंप्यूटर ने अटैच कर दी एक्सटेंशन। सो असी हुण इनू क्लिक करांगे क्रिएट ते। जो क्रिएट ऑप्शन क्लिक करांगे सो तुसी देखोगे क्या, देखो तुहानू बिल्कुल एक ब्लैंक एक टेबल नज़र आ रहा है। हुण इत्थे असी अपना डाटा स्टोर कर सकते हैं। हुण ब्लैंक डाटाबेस विच डाटा किवें स्टोर करना, सो तुसी हुण इत्थे की करोगे, इत्थे तुसी हुण जो भी तुसी सपोज तुसी कोई डाटा स्टोर करना चाहुंदे आ, सो मैं कोई टेबल बनाउणा चाहुंदा तो मैं इत्थे सेव करांगा। फिलहाल मैं इनू बाद विच करदा सेव। सो मैं इनू एज इट इज़ रहन देना, सेव रहने देना। सो मैं एज इट इज़ क्लोज कर देना इनू। सो ये चीज़ हो गई। हुण दूसरी गल मैं गल कर रहा सी तुहाडे नाल भी असी टैंपलेट्स तो भी जिहड़ा वा डाटाबेस बना सकते हैं। टैंपलेट्स तो बनाउण दा तरीका की हुंदा है, तुसी वापस असी MS एक्सैस नूं ओपन करिए, तुसी देखोगे आ देखो तुहानूं आ टैंपलेट्स आ रहे हैं। टैंपलेट्स दा बेसिकली मैं तुहानूं हुणे मतलब दस्सिया भी इहदे विच तुहानूं पहलां ही कंप्यूटर कुछ स्ट्रक्चर पहलां ही बना के दे दिंदा। फॉर एग्जाम्पल मैं हुण किसी स्टूडेंट स्कूल नाल रिलेटेड डाटाबेस सेव करना चाहुंदा। सो इत्थे देखो मैं एक टैंपलेट चूज़ करांगा, दैट इज स्टूडेंट। सो स्टूडेंट मैं क्लिक करांगा, सो तुसी देखो इत्थे स्टूडेंट लिखिया आ गया, तो सेम ही आ रहा है इत्थे स्टूडेंट 1 ਉਹਦਾ बाय डिफॉल्ट नेम आ गया, ਉਹਦੀ लोकेशन आ रही है, मैं इनू ਉੱਥੋਂ चेंज कर सकदा। सो जिथे मैं सेव करना चाहवां, सो मैं इसनू वापस उस ਅਸੀਂ स्कूल नाम ਦਾ ਬਣਾਇਆ ਸੀ, सो ਇੱਥੇ मैं स्कूल ਦੇ ਵਿੱਚ ਇਹਨੂੰ सेव करदा। ਇਹਦਾ नाम स्टूडेंट 1 ਆ, सो स्टूडेंट 1 ਹੀ ਰਹਿਣ ਦੇਣਾ ਤੇ ਕ੍ਰੀਏਟ ਕਰ ਦੇਣਾ। ਹੁਣ ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਕਿ ਜਦੋਂ ਮੈਂ ਕ੍ਰੀਏਟ ਆਪਸ਼ਨ ਕਲਿੱਕ ਕੀਤਾ ਤੇ ਇੱਧਰ ਦੇਖੋ ਤੁਹਾਨੂੰ ਇੱਕ ਡਿਫਰੈਂਟ ਸਕਰੀਨ ਨਜ਼ਰ ਆ ਰਹੀ ਹੈ। ਤੁਹਾਨੂੰ ਉੱਥੇ ਬਲੈਂਕ ਡਾਟਾਬੇਸ ਕੱਲੀ ਆਈਡੀ ਫੀਲਡ ਨਜ਼ਰ ਆ ਰਹੀ, ਪਰ ਇੱਥੇ ਹੁਣ ਤੁਹਾਨੂੰ ਫਸਟ ਨੇਮ, ਲਾਸਟ ਨੇਮ, ਈਮੇਲ ਐਡਰੈਸ, ਬਿਜ਼ਨਸ ਫੋਨ, ਕੰਪਨੀਜ਼, ਜੌਬ ਟਾਈਟਲ, ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ। ਤੁਸੀਂ ਅਗਰ ਇੱਕ ਸਾਈਟ ਤੇ ਕਲਿੱਕ ਕਰੋਗੇ, ਇਟ ਇਜ਼ ਕਾਲਡ ਸ਼ਟਰ ਬਾਰ, ਸੋ ਤੁਸੀਂ ਸ਼ਟਰ ਬਾਰ ਨੂੰ ਕਲਿੱਕ ਕਰੋਗੇ, ਸੋ ਬਾਈ ਡਿਫਾਲਟ ਹਾਈਡ ਹੋਈ ਹੁੰਦੀ ਆ। ਸੋ ਇਹਦੇ ਵਿੱਚ ਦੇਖੋਗੇ ਤੁਹਾਨੂੰ ਬਹੁਤ ਸਾਰੀਆਂ ਆਬਜੈਕਟਸ ਨਜ਼ਰ ਆ ਰਹੇ ਨੇ, ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ। ਸੋ ਇਹ ਨੀਚੇ ਟੇਬਲਸ ਨੇ, ਇਹ ਕੁਛ ਰਿਪੋਰਟਸ ਤੇ ਫਾਰਮਸ ਨੇ। ਸੋ ਤੁਸੀਂ ਅਗਰ ਕਿਸੇ ਵੀ ਫੀਲਡ ਨੂੰ ਕਲਿੱਕ ਕਰੋ, ਸੋ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਤੁਹਾਨੂੰ ਬਹੁਤ ਸਾਰਾ ਤਰ੍ਹਾਂ ਦਾ ਪਹਿਲਾਂ ਹੀ ਸਟਰਕਚਰ ਬਣਿਆ ਹੋਇਆ ਨਜ਼ਰ ਆ ਰਿਹਾ। ਦਿਸ ਇਜ਼ ਦੀ ਟੈਂਪਲੇਟਸ, ਇਹ ਅਬਾਊਟ ਟੈਂਪਲੇਟਸ। ਸੋ ਟੈਂਪਲੇਟਸ ਸਾਨੂੰ ਕਾਫੀ ਆਸਾਨ ਬਣਾ ਦਿੰਦਾ ਹੈ, ਡਾਟਾ ਨੂੰ ਸਾਨੂੰ ਇੱਕ ਤਰੀਕਾ ਉਪਲਬਧ ਕਰਵਾ ਦਿੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬੜੇ ਆਸਾਨੀ ਦੇ ਨਾਲ ਤੁਸੀਂ ਆਪਣਾ ਡਾਟਾ ਸਟੋਰ ਕਰ ਸਕਦੇ ਆ। ਸੋ ਇਸ ਤਰ੍ਹਾਂ ਕਰਕੇ ਅਸੀਂ ਟੈਂਪਲੇਟਸ ਨੂੰ ਇਸਤੇਮਾਲ ਕਰ ਸਕਦੇ ਹਾਂ। ਅਗਰ ਉਹ ਟੈਂਪਲੇਟ ਅਵੇਲੇਬਲ ਆ ਸਾਡੀ ਜ਼ਰੂਰਤ ਦੇ ਮੁਤਾਬਕ, ਤੇ ਤੁਸੀਂ ਉਹਦੇ ਵਿੱਚੋਂ ਵੀ ਕ੍ਰੀਏਟ ਕਰ ਸਕਦੇ ਆ, ਤੇ ਤੁਸੀਂ ਚਾਹੋ ਤੇ ਤੁਸੀਂ ਖੁਦ ਵੀ ਇੱਕ ਬਲੈਂਕ ਡਾਟਾਬੇਸ ਲੈ ਕੇ ਤੁਸੀਂ ਉਹਦੇ ਵਿੱਚ ਖੁਦ ਵੀ ਇਹ ਸਾਰਾ ਕੁਝ ਬਣਾ ਸਕਦੇ ਹਾਂ। हाँ जी स्टूडेंट्स, सो नैक्सट साडा जिहड़ा टॉपिक है वो हैगा टेबल्स। टेबल बेसिकली एक्सैस डाटाबेस की फाउंडेशन आ, यानी कि बुनियाद आ। कुछ भी डाटा जो असी कंप्यूटर दे विच एक्सैस च स्टोर करना चाहुंदे आ, एक्सैस उन्हां नूं टेबल्स दे विच ही स्टोर करदी है। टेबल्स जिहड़े ने ये रो अते कॉलम्स तो बने हुंदे ने। इस जिहड़ी साइड ते लंबे रोक चीज़ां आ रही ने, इन्हों असी कॉलम्स कह सकते हैं, एंड इस तरीके दे नाल जिहड़ी चीज़ आ रही है इसनों असी रो कह सकते हैं। सो जिहड़ा एक फील्ड्स ने जिहड़ियां इस एक चीज़ बारे जानकारी दिंदियां ने, दिस इज़ कॉल्ड फील्ड्स। सो फील्ड्स नूं असी कॉलम्स भी कह सकते हैं, अते एक रिकॉर्ड जिहड़ा हुंदा है उसनूं असी रो भी कह सकते हैं। सो टेबल्स इन्हां दोनों चीज़ां नूं मिला के बनदा है, सो रो अते कॉलम्स। हुण क्वेश्चन एक हैगा कि असी एक्सैस विच टेबल्स किवें बनाउने आ। चलो असी वापस स्टार्ट करते हैं एक्सैस नूं। सो असी पहले नंबर ते अपना एक ब्लैंक डाटाबेस ले लैंदे आ। सो ब्लैंक डाटाबेस विच की हैगा कि असी जो पहला बनाया सीगा डाटाबेस असी उसनूं ओपन कर लैंदे आ, जो असी हुणे पहला बना के हटे सी। सो असी उसनूं ओपन किवें करांगे, सो फाइल विच ओपन दे विच असी रखिया सी अपना फाइल ई ड्राइव दे विच,
ई ड्राइव ਦੇ ਵਿੱਚ ਅਸੀਂ ਬਣਾਇਆ ਸੀ ਸਕੂਲ ਦੇ ਵਿੱਚ ਸਕੂਲ ਨਾਮ ਦਾ ਡਾਟਾਬੇਸ ਪਿਆ ਹੋਇਆ। ਸੋ ਅਸੀਂ ਇਹਨੂੰ ਕਲਿੱਕ ਕੀਤਾ, ਓਪਨ ਕੀਤਾ। ਸੋ ਦੇਖੋ ਹਾਲੇ ਬਾਈ ਡਿਫਾਲਟ ਤਾਂ ਕੋਈ ਟੇਬਲ ਨਹੀਂ ਹੈਗਾ, ਬਿਕੋਜ਼ ਮੈਂ ਉਹ ਜਿਹੜਾ ਟੇਬਲ ਇੱਕ ਛੋਟਾ ਜਿਹਾ ਬਣਿਆ ਵੀ ਸੀਗਾ ਤਾਂ ਉਸ ਨੂੰ ਮੈਂ ਡਿਲੀਟ ਕਰ ਦਿੱਤਾ ਸੀਗਾ ਜਾਂ ਉਹਨੂੰ ਸੇਵ ਨਹੀਂ ਸੀ ਕੀਤਾ। ਸੋ ਹੁਣ ਮੈਂ ਨਵਾਂ ਟੇਬਲ ਬਣਾਉਣਾ ਚਾਹੁੰਦਾ। ਯਾਦ ਰੱਖਿਓ ਜਦੋਂ ਵੀ ਤੁਸੀਂ ਐਕਸੈਸ ਨੂੰ ਕਈ ਵਾਰ ਤੁਸੀਂ ਜਦੋਂ ਓਪਨ ਕਰਦੇ ਇੱਕ ਤੁਹਾਨੂੰ ਇਸ ਤਰ੍ਹਾਂ ਦੀ ਇੱਕ ਪੀਲੀ ਜੀ ਲਾਈਨ ਨਜ਼ਰ ਆਉਂਦੀ ਹੈ। ਇਹ ਬੇਸਿਕਲੀ ਇੱਕ ਸਿਕਿਉਰਿਟੀ ਪਰਪਸ ਲਈ ਹੁੰਦਾ ਵਾ ਐਕਸੈਸ ਵੱਲੋਂ ਕਿ ਕੁਝ ਚੀਜ਼ਾਂ ਐਕਸੈਸ ਤੁਹਾਡੇ ਡਾਟਾ ਨੂੰ ਸੇਵ ਕਰਨ ਵਾਸਤੇ ਉਹ ਬਲੌਕ ਕਰ ਦਿੰਦਾ, ਬੰਦ ਕਰ ਦਿੰਦਾ। ਸੋ ਤੁਸੀਂ ਚਾਹੋ ਅਗਰ ਤਾਂ ਤੁਸੀਂ ਅਗਰ ਕੋਈ ਹੁਣ ਜਿਵੇਂ ਕੋਈ ਟੇਬਲ ਅਗਰ ਇਸ ਤਰ੍ਹਾਂ ਬਣਾਓਗੇ ਤਾਂ ਹੋ ਸਕਦਾ ਤੁਹਾਨੂੰ ਕੁਝ ਦਿੱਕਤ ਆਵੇ, ਤੁਹਾਡਾ ਡਾਟਾ ਸੇਵ ਨਾ ਹੋਵੇ। ਸੋ ਇਸ ਲਈ ਅਗਰ ਤੁਹਾਨੂੰ ਇਹ ਲਾਈਨ ਆ ਰਹੀ ਕੁਝ ਡਾਟਾਬੇਸ ਚੇਂਜਸ ਕਰਨਾ ਚਾਹੁੰਦੇ ਤਾਂ ਇਹਨੂੰ ਅਨੇਬਲ ਜ਼ਰੂਰ ਕਰ ਲੈਣਾ। ਓਕੇ, ਸੋ ਹੁਣ ਮੈਂ ਟੇਬਲ ਬਣਾਉਣਾ ਚਾਹੁੰਦਾ। ਸੋ ਟੇਬਲ ਕਿਵੇਂ ਬਣੇਗਾ? ਸੋ ਕ੍ਰੀਏਟ ਦੇ ਵਿੱਚ ਆਪਸ਼ਨ ਆਉਂਦੀ ਹੈ ਜੀ ਟੇਬਲ। ਸੋ ਕ੍ਰੀਏਟ ਟੈਬ ਦੇ ਉੱਪਰ ਕਲਿੱਕ ਕਰਕੇ ਸਾਨੂੰ ਇੱਕ ਟੇਬਲ ਗਰੁੱਪ ਦੇ ਅੰਦਰ ਟੇਬਲ ਆਪਸ਼ਨ ਨਜ਼ਰ ਆਏਗੀ। ਸੋ ਤੁਸੀਂ ਇਹਨੂੰ ਜਦੋਂ ਕਲਿੱਕ ਕਰੋਗੇ ਸੋ ਵਾਪਸ ਉਵੇਂ ਦੀ ਹੀ ਸਕਰੀਨ ਆ ਗਈ ਜਿਵੇਂ ਅਸੀਂ ਫਸਟ ਟਾਈਮ ਦੇਖੀ ਸੀਗੀ। ਸੋ ਇੱਥੇ ਮੈਂ ਹੁਣ ਸਪੋਜ਼ ਕਰ ਮੈਂ ਕਿਸੇ ਸਟੂਡੈਂਟ ਦਾ ਰਿਕਾਰਡ ਰੱਖਣਾ ਚਾਹੁੰਦਾ। ਸੋ ਮੈਂ ਕੀ ਕਰਨਾ ਚਾਹੁੰਦਾ, ਮੈਂ ਇੱਥੇ ਸਟੂਡੈਂਟ ਦਾ ਨਾਮ, ਫਾਦਰ ਨੇਮ ਅਤੇ ਉਹਨਾਂ ਦਾ ਐਡਰੈਸ ਸਟੋਰ ਕਰਨਾ ਚਾਹੁੰਦਾ। ਸੋ ਉਹ ਹੁਣ ਮੈਂ ਕਿਵੇਂ ਕਰਾਂਗਾ? ਸੋ ਮੈਂ ਬੇਸਿਕਲੀ ਕੀ ਕਰਾਂਗਾ ਕਿ ਇੱਥੇ ਮੈਂ ਸਿੰਪਲੀ ਉੱਥੇ ਹੁਣ ਡਾਟਾ ਐਂਟਰ ਕਰਨਾ ਸ਼ੁਰੂ ਕਰ ਦਾਂਗਾ। ਸੋ ਸਪੋਜ਼ ਕਿਸੇ ਸਟੂਡੈਂਟ ਦਾ ਨਾਮ ਹੈ ਜੀ ਹੈਰੀ। ਸੋ ਮੈਂ ਇੱਥੇ ਹੈਰੀ ਐਂਟਰ ਕਰ ਦਿੱਤਾ। ਹੁਣ ਤੁਸੀਂ ਐਂਟਰ ਜੋ ਪ੍ਰੈਸ ਕਰੋਗੇ ਤਾਂ ਦੇਖੋਗੇ ਕਿ ਨੈਕਸਟ ਜਿਹੜੀ ਕਾਲਮ ਆ ਉੱਤੇ ਆਪਣੇ ਆਪ ਹੀ ਕਰਸਰ ਆ ਜਾਏਗਾ। ਸੋ ਨੈਕਸਟ ਸੈੱਲ ਦੇ ਉੱਪਰ ਡਾਟਾ ਆਪਣੇ ਆਪ ਲਿਖਿਆ ਆ ਜਾਏਗਾ। ਸੋ ਤੁਸੀਂ ਹੁਣ ਇੱਥੇ ਮੈਂ ਕੁਛ ਵੀ ਉਹਨਾਂ ਦਾ ਫਾਦਰ ਨੇਮ ਲਿਖਣਾ ਚਾਹੁੰਦਾ ਤਾਂ ਮੈਂ ਇੱਥੇ ਫਾਦਰ ਨੇਮ ਦੇ ਦੇਣਾ। ਸੋ SS ਸਿੰਘ ਐਂਟਰ। ਸੋ ਨੈਕਸਟ ਕੋਈ ਮੈਂ ਐਡਰੈਸ ਦੇਣਾ ਚਾਹੁੰਦਾ ਸਾਂ। ਸੋ ਮੈਂ ਇੱਥੇ ਲਿਖ ਦੇਣਾ ਅੰਮ੍ਰਿਤਸਰ ਐਂਟਰ। ਸੋ ਮੇਰੀ ਜਸਟ ਮੈਂ 3 ਫੀਲਡ ਐਂਟਰ ਕਰਨਾ ਚਾਹੁੰਦਾ। ਹੁਣ ਕੀ ਕਰਾਂਗੇ? ਹੁਣ ਜਸਟ ਇੱਕ ਵਾਰੀ ਇਹਨੂੰ ਬਲੈਂਕ ਹੀ ਅਸੀਂ ਐਜ਼ ਇਟ ਇਜ਼ ਐਂਟਰ ਕਰ ਦਾਂਗੇ ਅਗਰ, ਤਾਂ ਦੇਖੋਗੇ ਆਪਣੇ ਆਪ ਹੀ ਨੈਕਸਟ ਕਾਲਮ 'ਤੇ ਆ ਜਾਏਗਾ। ਦੇਖੋ ਇੱਥੇ ਹੁਣ ਇੱਕ ਆਪਸ਼ਨ ਆ ਰਹੀ ਆ ID ਕਰਕੇ। ID ਦਾ ਇਹ ਬਾਈ ਡਿਫਾਲਟ ਫੀਲਡ ਆਪਣੇ ਆਪ ਕੰਪਿਊਟਰ ਵੱਲ ਅਟੈਚ ਹੋ ਜਾਂਦੀ ਹੈ। ਇਹ ਫੀਲਡ ਬੇਸਿਕਲੀ ਤੁਹਾਡੇ ਇਸ ਰਿਕਾਰਡ ਨੂੰ ਯੂਨੀਕ ਰੱਖਣ ਵਾਸਤੇ, ਯੂਨੀਕ ਦਾ ਮਤਲਬ ਕਿ ਅਲੱਗ ਰੱਖਣ ਵਾਸਤੇ ਇੱਕ ਫੀਲਡ ਐਡ ਕਰ ਦਿੱਤੀ ਜਾਂਦੀ। ਹੋ ਸਕਦਾ ਤੁਹਾਡੇ ਕੋਲ ਇੱਕ ਸਟੂਡੈਂਟ ਇੱਕ ਕਲਾਸ ਦੇ ਵਿੱਚ 2 ਬੱਚੇ ਹੋਣ ਜਿਨ੍ਹਾਂ ਦਾ ਨਾਮ ਸੇਮ ਹੈਰੀ ਹੀ ਹੋਵੇ, ਅਤੇ ਇਸ ਲਈ ਜਿਵੇਂ ਆਪਾਂ ਸਕੂਲ ਵਿੱਚ ਪੜ੍ਹਦੇ ਹਾਂ ਤਾਂ ਇੱਕ ਰੋਲ ਨੰਬਰ ਫੀਲਡ ਹੁੰਦੀ ਹੈ, ਇਸੇ ਤਰੀਕੇ ਨਾਲ ਇੱਕ ID ਫੀਲਡ ਯੂਨੀਕ ਰੱਖਣ ਵਾਸਤੇ ਹੁੰਦੀ ਹੈ। ਦੇਖੋ ਤੁਸੀਂ ਇਹਦੇ ਵਿੱਚ ਅਗਰ ਕੁਝ ਡਾਟਾ ਐਂਟਰ ਕਰਨ ਦੀ ਕੋਸ਼ਿਸ਼ ਕਰੋਗੇ ਬਾਈ ਡਿਫਾਲਟ ਕੁਝ ਵੀ ਐਂਟਰ ਨਹੀਂ ਹੋਏਗਾ। ਸੋ ਜੇ ਤੁਸੀਂ ਕੁਝ ਟਾਈਪ ਵੀ ਕਰੋਗੇ ਤਾਂ ਦੇਖੋ ਕੁਝ ਨਹੀਂ ਹੋ ਰਿਹਾ, ਪਰ ਮੈਂ ਇਹਨੂੰ ਐਜ਼ ਇਟ ਇਜ਼ ਇਹਨੂੰ ਕੁਝ ਵੀ ਐਂਟਰ ਨਹੀਂ ਕਰਾਂਗਾ। ਸੋ ਮੈਂ ਨੈਕਸਟ ਕਾਲਮ 'ਤੇ ਬਸ ਕਲਿੱਕ ਕਰ ਦਾਂਗਾ। ਸੋ ਮੈਂ ਨੈਕਸਟ ਸਟੂਡੈਂਟ ਦਾ ਰਿਕਾਰਡ ਜਿਹੜਾ ਐਂਟਰ ਕਰ ਦਾਂਗਾ। ਸੋ ਮੈਂ ਕਰ ਦੇਣਾ ਜਸ਼ਨ। ਸੋ ਸੇਮ ਹੀ ਵੇ ਹਾਂਜੀ। ਸੋ ਬਟਾਲਾ। ਸੋ ਇਸ ਤਰ੍ਹਾਂ ਮੈਂ ਰਿਕਾਰਡ ਐਂਟਰ ਕਰ ਲਿਆ। ਹੁਣ ਮੈਂ ਇਹਨੂੰ ਸੇਵ ਕਰਨਾ ਚਾਹਾਂ ਤਾਂ ਸੇਵ ਦੇਖੋ 2 ਜਗ੍ਹਾ ਤੋਂ ਹੋ ਸਕਦਾ ਹੈ। ਤਾਂ ਫਾਈਲ ਵਿੱਚ ਜਾ ਕੇ ਸੇਵ, ਇਸ ਜਗ੍ਹਾ 'ਤੇ ਤੁਹਾਨੂੰ ਆਪਸ਼ਨ ਆ ਰਹੀ ਹੁੰਦੀ ਹੈ ਸੇਵ ਦੀ। ਦੂਸਰੀ ਆਪਸ਼ਨ ਕੀ ਹੁੰਦੀ ਹੈ ਕਿ ਤੁਸੀਂ ਉੱਪਰ ਜਦੋਂ ਤੁਸੀਂ ਇਹਨੂੰ ਵਾਪਸ ਆਓ ਤਾਂ ਇੱਕ ਤੁਹਾਨੂੰ ਕੁਇਕ ਐਕਸੈਸ ਟੂਲਬਾਰ ਉੱਪਰ ਨਜ਼ਰ ਆ ਰਿਹਾ ਹੁੰਦਾ, ਉੱਪਰ ਜਾਂ ਨੀਚੇ ਕਿਤੇ ਵੀ ਹੋ ਸਕਦਾ। ਸੋ ਉੱਪਰ ਹੁੰਦਾ ਜਾਂ ਇਹ ਤੁਹਾਡੀ ਰਿਬਨ ਦੇ ਨੀਚੇ ਹੁੰਦਾ। ਸੋ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਤੁਹਾਨੂੰ ਜਿਹੜੀ ਚੀਜ਼ ਸੇਵ ਨਹੀਂ ਹੈ, ਸਪੋਜ਼ ਇਹ ਟੇਬਲ ਸੇਵ ਨਹੀਂ ਹੈ ਤਾਂ ਤੁਹਾਨੂੰ ਨਾਮ ਆ ਰਿਹਾ ਵੀ ਟੇਬਲ ਦਾ। ਤੁਸੀਂ ਹੁਣ ਨਾਮ ਫਸਟ ਟਾਈਮ ਜਦ ਤੁਸੀਂ ਇਹਨੂੰ ਸੇਵ ਕਰਨ ਲੱਗੋਗੇ ਤੁਹਾਨੂੰ ਪੁੱਛੇਗਾ ਵੀ ਕੀ ਮੈਂ ਇਹਦਾ ਨਾਮ ਟੇਬਲ 1 ਰੱਖਦਾ। ਤੁਸੀਂ ਇਹਦਾ ਨਾਮ ਬਦਲ ਸਕਦੇ ਹਾਂ। ਸੋ ਸਪੋਜ਼ ਕਰੋ ਮੈਂ ਇੱਥੇ ਸਟੂਡੈਂਟ ਡਿਟੇਲ ਰੱਖ ਦੇਣਾ। ਸੋ ਮੈਂ ਸਟੂਡੈਂਟ ਡਿਟੇਲ ਨਾਮ ਰੱਖ ਦਿੱਤਾ। ਸੋ ਓਕੇ ਪ੍ਰੈਸ ਕੀਤਾ। ਤੁਸੀਂ ਇੱਧਰ ਸਾਈਡ 'ਤੇ ਦੇਖਿਓ ਹੁਣ ਕਿ ਇੱਥੇ ਸਟੂਡੈਂਟ ਡਿਟੇਲ ਲਿਖਿਆ ਨਜ਼ਰ ਆ ਰਿਹਾ। ਸੋ ਇਸ ਤਰ੍ਹਾਂ ਕਰਕੇ ਆਪਾਂ ਟੇਬਲ ਦੇ ਵਿੱਚ ਡਾਟਾ ਸਟੋਰ ਕਰ ਸਕਦੇ ਹਾਂ ਤਾਂ ਉਸ ਤੋਂ ਬਾਅਦ ਉਹਨੂੰ ਸੇਵ ਕਰਕੇ ਉਸਦਾ ਇੱਕ ਨਾਮ ਰੱਖ ਸਕਦੇ ਹਾਂ। ਸੋ ਇਹ ਇੱਕ ਤਰੀਕਾ ਸੀਗਾ। ਦੂਸਰਾ ਤਰੀਕਾ ਕੀ ਹੁੰਦਾ ਟੇਬਲ ਨੂੰ ਬਣਾਉਣ ਦਾ? ਸੋ ਕ੍ਰੀਏਟ ਦੇ ਵਿੱਚ ਸੇਮ ਤੁਸੀਂ ਕ੍ਰੀਏਟ ਟੈਬ 'ਤੇ ਕਲਿੱਕ ਕਰੋ ਤਾਂ ਇੱਥੇ ਟੇਬਲ ਡਿਜ਼ਾਈਨ ਆਪਸ਼ਨ ਇੱਕ ਹੋਰ ਨਜ਼ਰ ਆ ਰਹੀ ਹੈ।
ਟੇਬਲ ਡਿਜ਼ਾਈਨ ਤੇ ਜਦੋਂ ਕਲਿੱਕ ਕਰੋਗੇ ਤਾਂ ਤੁਸੀਂ ਦੇਖੋਗੇ ਇੱਥੇ ਫੀਲਡ ਨੇਮ ਨਜ਼ਰ ਆ ਰਿਹਾ ਤੇ ਉਹਨਾਂ ਦੀ ਡਾਟਾ ਟਾਈਪ ਨਜ਼ਰ ਆ ਰਹੀ ਹੈ, ਡਿਸਕ੍ਰਿਪਸ਼ਨ ਨਜ਼ਰ ਆ ਰਹੀ ਹੈ। ਸੋ ਫੀਲਡ ਨੇਮ ਦੇ ਵਿੱਚ ਕੀ ਹੈ ਕਿ ਤੁਸੀਂ ਫੀਲਡ ਦੇ ਨਾਮ ਖੁਦ ਡਿਜ਼ਾਈਨ ਕਰ ਸਕਦੇ ਹੋ। ਦੇਖੋ ਇੱਥੇ ਕੀ ਸੀਗਾ, ਇੱਥੇ ਫੀਲਡ ਨੇਮ ਬਾਈ ਡਿਫਾਲਟ ਫੀਲਡ 1 ਫੀਲਡ 2 ਫੀਲਡ 3 ਲਿਖਿਆ ਆ ਰਿਹਾ ਸੀ, ਪਰ ਇੱਥੇ ਕੀ ਹੈ ਤੁਸੀਂ ਖੁਦ ਫੀਲਡ ਦੇ ਨਾਮ ਚੂਜ਼ ਕਰ ਸਕਦੇ ਹੋ। ਹਾਲਾਂਕਿ ਇੱਥੇ ਵੀ ਅਸੀਂ ਫੀਲਡ ਦੇ ਨਾਮ ਚੇਂਜ ਕਰ ਸਕਦੇ ਹਾਂ, ਠੀਕ ਹੈ। ਸੋ ਅਗਰ ਉਹ ਕਰਨਾ ਚਾਹੋ ਤਾਂ ਉਹਦਾ ਤਰੀਕਾ ਇਹ ਹੁੰਦਾ ਕਿ ਤੁਸੀਂ ਇੱਥੇ ਰਾਈਟ ਕਲਿੱਕ ਕਰੋ ਫੀਲਡ ਦੇ ਉੱਪਰ ਤੇ ਰੀਨੇਮ ਫੀਲਡ ਆਪਸ਼ਨ ਆ ਜਾਏਗੀ, ਤਾਂ ਤੁਸੀਂ ਇੱਥੇ ਉਹਦਾ ਨਾਮ ਚੇਂਜ ਕਰ ਸਕਦੇ। ਸੋ ਸਪੋਜ਼ ਕਰੋ ਮੈਂ ਇੱਥੇ ਨਾਮ ਰੱਖਣਾ ਚਾਹੁੰਦਾ ਸਟੂਡੈਂਟ ਨੇਮ, ठीक है। सो इत्थे मैं फादर नेम रखना चाहना तो राइट क्लिक करके रीनेम, सो फादर्स नेम। एड्रैस सो इत्थे राइट क्लिक किया एड्रैस। बट ਜਿਹੜਾ ਦੂਜਾ ਤਰੀਕਾ ਸੀਗਾ ਜਿਹੜਾ ਮੈਂ ਤੁਹਾਨੂੰ ਹੁਣ ਸੈਕਿੰਡ ਸਮਝਾ ਰਿਹਾ ਸੀ ਵੀ ਕ੍ਰੀਏਟ ਆ ਡਿਜ਼ਾਈਨ ਟੇਬਲ ਡਿਜ਼ਾਈਨ ਇਹਦੇ ਵਿੱਚ ਕੀ ਹੁੰਦਾ ਕਿ ਫੀਲਡ ਦੇ ਨੇਮ ਜਿਹੜੇ ਇਹ ਨੇਮ ਆ ਇਹ ਅਸੀਂ ਇੱਥੇ ਖੁਦ ਪਹਿਲਾਂ ਹੀ ਦੇ ਸਕਦੇ ਹਾਂ। ਸੋ ਸਪੋਜ਼ ਕਰੋ ਇੱਥੇ ਹੁਣ ਆਈਡੀ ਲਿਖਿਆ ਆ ਰਿਹਾ, ਮੈਂ ਇੱਥੇ ਇਹਦਾ ਨਾਮ ਰੋਲ ਨੰਬਰ ਕਰਨਾ ਚਾਹੁੰਦਾ ਤਾਂ ਮੈਂ ਇੱਥੇ ਰੋਲ ਨੰਬਰ ਲਿਖ ਦਿੰਦਾ। ਸੋ ਰੋਲ ਨੰਬਰ, ਇੱਥੇ ਸਟੂਡੈਂਟ ਨੇਮ ਹੈ ਤਾਂ ਸਟੂਡੈਂਟ ਨੇਮ ਲਿਖ ਦਿੰਦਾ, ਇੱਥੇ ਫਾਦਰ ਨੇਮ ਆ ਤਾਂ ਫਾਦਰ ਨੇਮ ਲਿਖ ਦਿੰਦਾ, ਇੱਥੇ ਐਡਰੈਸ ਆ ਤਾਂ ਐਡਰੈਸ ਲਿਖ ਦਿੰਦਾ, ਠੀਕ ਹੈ। ਸੋ ਜੇ ਤੁਸੀਂ ਦੇਖੋ ਇੱਥੇ ਮੈਂ ਕੋਈ ਫੀਲਡ ਲਿਖ ਰਿਹਾ ਸੀਗਾ ਤਾਂ ਇੱਥੇ ਆਪਣੇ ਆਪ ਟੈਕਸਟ ਲਿਖਿਆ ਆ ਰਿਹਾ। ਇਹ ਡਾਟਾ ਟਾਈਪਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਕਿਸ ਟਾਈਪ ਦਾ ਡਾਟਾ ਇਸ ਫੀਲਡ ਦੇ ਵਿੱਚ ਸਟੋਰ ਕਰਨਾ ਚਾਹੁੰਦੇ ਹੋ। ਕੀ ਉਹ ਟੈਕਸਟ ਆ, ਕੀ ਉਹ ਨੰਬਰ ਹੈ, ਕੀ ਉਹ ਕੋਈ ਡੇਟ ਆ, ਕੀ ਉਹ ਕੋਈ ਕਰੰਸੀ ਆ, ਸਪੋਜ਼ ਕੋਈ ਅਮਾਊਂਟ ਆ, ਕੀ ਉਹ ਕੋਈ ਪਿਕਚਰ ਆ। ਸੋ ਇਹਨਾਂ ਬਾਰੇ ਮੈਂ ਤੁਹਾਨੂੰ ਇੱਕ ਵਿਸਥਾਰ ਦੇ ਵਿੱਚ ਇੱਕ ਨੈਕਸਟ ਕਲਾਸ ਦੇ ਵਿੱਚ ਇਹਦੇ ਬਾਰੇ ਦੱਸਦਾ ਕਿ ਇਹ ਡਾਟਾ ਟਾਈਪਸ ਕਿਹੜੀਆਂ ਹੁੰਦੀਆਂ ਨੇ, ਇਹਨਾਂ ਦਾ ਕੀ ਕੰਮ ਹੁੰਦਾ। ਸੋ ਇਹ ਸਾਰਾ ਕੁਝ ਅਸੀਂ ਇੱਥੋਂ ਸਿਲੈਕਟ ਕਰ ਸਕਦੇ। ਸਪੋਜ਼ ਕਰੋ ਇੱਥੇ ਰੋਲ ਨੰਬਰ ਹੈ, ਇਹਦੇ ਵਿੱਚ ਮੈਂ ਨੰਬਰ ਡਾਟਾ ਟਾਈਪ ਚਾਹੁੰਦਾ, ਸੋ ਇੱਥੇ ਮੈਂ ਨੰਬਰ ਵੀ ਉਹਦਾ ਰੱਖ ਸਕਦਾ। ਡਿਸਕ੍ਰਿਪਸ਼ਨ ਆਪਸ਼ਨ ਹੁੰਦੀ ਹੈ ਵੀ ਜਦੋਂ ਤੁਸੀਂ ਡਿਸਕ੍ਰਿਪਸ਼ਨ ਵਿੱਚ ਕੁਝ ਲਿਖਦੇ ਆ ਤੇ ਉਹ ਤੁਹਾਨੂੰ ਸਟੇਟਸ ਬਾਰ ਤੇ ਨਜ਼ਰ ਆਏਗਾ ਜਦੋਂ ਤੁਸੀਂ ਡਾਟਾ ਐਂਟਰ ਕਰਨ ਲੱਗੋਗੇ। ਸਪੋਜ਼ ਕਰੋ ਮੈਂ ਇੱਥੇ ਲਿਖ ਦੇਣਾ ਸਟੂਡੈਂਟਸ रोल नंबर, मैं पूरा लिखता हूँ रोल नंबर, स्टूडेंट्स नेम, फादर्स नेम, ऑफ स्टूडेंट, एड्रेस ऑफ स्टूडेंट। सो ਇਹ ਜਦੋਂ ਤੁਸੀਂ ਡਾਟਾ ਐਂਟਰ ਕਰਨ ਲੱਗੋਗੇ ਉੱਥੇ ਨਜ਼ਰ ਆਏਗਾ। ਸੋ ਇਹ ਡਿਸਕ੍ਰਿਪਸ਼ਨ ਆ। ਇੱਥੇ ਤੁਹਾਨੂੰ ਜਿਹੜਾ ਦੂਸਰਾ ਵੇ ਸੀਗਾ ਉੱਥੇ ਦੇਖੋ ਤੁਹਾਨੂੰ ਕੋਈ ਵੀ ਇਹੋ ਜਿਹੀ ਆਪਸ਼ਨਸ ਨਹੀਂ ਸੀ ਆ ਰਹੀਆਂ, ਬਟ ਇੱਥੇ ਤੁਹਾਨੂੰ ਜਿਹੜਾ ਦੂਸਰਾ ਹੈਗਾ ਵੀ ਟੇਬਲ ਡਿਜ਼ਾਈਨ ਵਿੱਚ ਇੱਥੇ ਤੁਹਾਨੂੰ ਉਹ ਸਾਰੀਆਂ ਆਪਸ਼ਨਸ ਡਿਟੇਲ ਵਿੱਚ ਨਜ਼ਰ ਆਉਣ ਵੀ ਤੁਸੀਂ ਕੀ ਫੀਲਡ ਦਾ ਨਾਮ ਰੱਖਣਾ, ਉਹਦੀ ਡਾਟਾ ਟਾਈਪ ਕਿਹੜੀ ਰੱਖਣੀ ਹੈ ਤੇ ਉਹਦੇ ਡਿਸਕ੍ਰਿਪਸ਼ਨ ਕੀ ਦੇਣੀ ਹੈ। ਇਹ ਆਪਸ਼ਨਲ ਹੁੰਦੀ ਹੈ ਡਿਸਕ੍ਰਿਪਸ਼ਨ, ਅਗਰ ਨਹੀਂ ਦੇਣਾ ਚਾਹੋ ਬੇਸ਼ੱਕ ਤੁਸੀਂ ਰਹਿਣ ਵੀ ਦੇ ਸਕਦੇ ਹੋ। ਸੋ ਇਹਨੂੰ ਵੀ ਅਸੀਂ ਹੁਣ ਸੇਵ ਕਰ ਲੈਂਦੇ। ਸੋ ਇਹਦਾ ਨਾਮ ਮੈਂ ਰੱਖ ਦਿੰਦਾ ਸਟੂਡੈਂਟ ਰਿਕਾਰਡ। ਚਲੋ ਓਕੇ ਪ੍ਰੈਸ ਕਰ ਦਿੰਦਾ। ਸੋ ਜੋ ਤੁਸੀਂ ਓਕੇ ਪ੍ਰੈਸ ਕਰਨ ਲੱਗੋਗੇ ਤਾਂ ਦੇਖੋ ਇੱਕ ਆਪਸ਼ਨ ਆ ਰਹੀ ਹੈ ਪ੍ਰਾਇਮਰੀ ਕੀ ਤੁਸੀਂ ਡਿਫਾਈਨ ਨਹੀਂ ਕੀਤੀ ਕਿ ਤੁਸੀਂ ਰੱਖਣਾ ਚਾਹੁੰਦੇ ਕਿ ਨਹੀਂ ਰੱਖਣਾ ਚਾਹੁੰਦੇ। ਪ੍ਰਾਇਮਰੀ ਕੀ ਬੇਸਿਕਲੀ ਉਹ ਫੀਲਡ ਆ ਜਿਹੜੀ ਕਿ ਤੁਹਾਡੀ ਯੂਨੀਕ ਰੱਖਣ ਵਾਸਤੇ, ਜਿਵੇਂ ਇੱਥੇ ਆਈਡੀ ਸੀਗੀ। ਸੋ ਤੁਸੀਂ ਹੁਣ ਅਗਰ ਤੁਸੀਂ ਕਿਸੇ ਨੂੰ ਨਵੀਂ ਰੱਖਣਾ ਚਾਹੁੰਦੇ ਆ ਯੈਸ ਕਰ ਦੋਗੇ ਤਾਂ ਦੇਖੋ ਆਪਣੇ ਆਪ ਆਈਡੀ ਕਰਕੇ ਫੀਲਡ ਅਟੈਚ ਕਰ ਦੇਗਾ। ਪਰ ਅਗਰ ਤੁਸੀਂ ਨਹੀਂ ਰੱਖਣਾ ਚਾਹੁੰਦੇ ਨੋ ਕਰ ਦਿੰਦੇ ਫਿਰ ਇਹ ਆਈਡੀ ਆਪਸ਼ਨ ਨਹੀਂ ਆਉਣੀ ਸੀ। ਸੋ ਅਸੀਂ ਖੁਦ ਵੀ ਆਪਣੀ ਪ੍ਰਾਇਮਰੀ ਕੀ ਵੀ ਲਗਾ ਸਕਦੇ ਹਾਂ, ਉਹ ਮੈਂ ਨੈਕਸਟ ਕਲਾਸ 'ਚ ਤੁਹਾਨੂੰ ਦੱਸਦਾ ਵੀ ਪ੍ਰਾਇਮਰੀ ਕੀ ਕਿਵੇਂ ਲਗਾਈ ਦੀ ਹੈ। ਸੋ ਤੁਸੀਂ ਫਿਲਹਾਲ ਮੈਂ ਇਸ ਨੂੰ ਰੱਖਣਾ ਚਲੋ ਰੱਖ ਦਿੰਦੇ ਹਾਂ, ਨਹੀਂ ਤਾਂ ਵੈਸੇ ਇਹਨੂੰ ਭਾਵੇਂ ਚਾਹੇ ਡਿਲੀਟ ਕਰ ਦਈਏ ਅਸੀਂ, ਕਿਉਂਕਿ ਅਸੀਂ ਰੋਲ ਨੰਬਰ ਫੀਲਡ ਲਈ ਹੋਈ ਆ। ਸੋ ਮੈਂ ਰਾਈਟ ਕਲਿੱਕ ਕਰਕੇ ਡਿਲੀਟ ਹੀ ਕਰ ਦੇਣਾ। ਸੋ ਇੱਥੇ ਰਾਈਟ ਕਲਿੱਕ ਕੀਤਾ ਡਿਲੀਟ, ਯੈਸ। ਸੋ ਇਸ ਤਰ੍ਹਾਂ ਕਰਕੇ ਅਸੀਂ ਹੁਣ ਇਹਨੂੰ ਸੇਵ ਕਰ ਦਿੰਦੇ ਹਾਂ। ਸੋ ਹੁਣ ਅਸੀਂ ਇਹਦੇ ਵਿੱਚ ਵੀ ਰਿਕਾਰਡ ਐਂਟਰ ਕਰ ਸਕਦੇ। ਸੋ ਦੇਖੋ ਇੱਥੇ ਜੋ ਰਿਕਾਰਡ ਐਂਟਰ ਕਰਨਾ ਤੇ ਦੇਖੋ ਤੁਹਾਨੂੰ ਰੋਲ ਨੰਬਰ, ਨੇਮ, ਫਾਦਰਸ ਨੇਮ, ਐਡਰੈਸ ਪਹਿਲਾਂ ਹੀ ਫੀਲਡਸ ਬਣੀਆਂ ਆ ਗਈਆਂ। ਸੋ ਤੁਸੀਂ ਇੱਥੇ ਆਪਣੀ ਮਰਜ਼ੀ ਨਾਲ ਰੋਲ ਨੰਬਰ ਐਂਟਰ ਕਰੋ। 1 ਹੈਰੀ ਐਸਐਸਐਨ ਅੰਮ੍ਰਿਤਸਰ, 2 ਜਸ਼ਨ ਗੁਰਪਾਲ ਸਿੰਘ ਬਟਾਲਾ। ਸੋ ਸੇਮ ਵੇ ਦੇ ਨਾਲ ਤੁਸੀਂ ਇਹਦੇ ਵਿੱਚ ਵੀ ਰਿਕਾਰਡ ਐਂਟਰ ਕਰ ਸਕਦੇ ਹੋ। ਥੈਂਕ ਯੂ ਵੈਰੀ ਮਚ।